गुड ईवनिंग एवरीवन। मेरा नाम जतिन बंसल है। ਅੱਜ ਆਪਾਂ ਬਿਲਕੁਲ ਨਿਊ ਚੈਪਟਰ ਲੈ ਕੇ ਆਏ ਆ ਜਰਨਲ ਸਾਇੰਸ ਦਾ ਚੈਪਟਰ ਸਾਊਂਡ ਈਟੀਟੀ ਸੈਕਿੰਡ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਚੈਪਟਰ ਹੈ। ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਆਪਾਂ 2 ਚੈਪਟਰ ਕਵਰ ਕਰ ਚੁੱਕੇ ਹਾਂ। ਈਟੀਟੀ ਸੈਕਿੰਡ ਐਗਜ਼ਾਮ ਦੇ ਸਿਲੇਬਸ ਦੇ ਲਾਈਟ ਚੈਪਟਰ ਡਿਸਕਸ ਹੋ ਚੁੱਕਿਆ ਤੇ ਇਸ ਤੋਂ ਪਹਿਲਾਂ ਆਪਣਾ ਹਿਊਮਨ ਆਈ ਵਿਦ ਕਲਰਫੁਲ ਵਰਲਡ ਵਾਲਾ ਚੈਪਟਰ ਆਪਣਾ ਕਵਰ ਹੋ ਚੁੱਕਿਆ ਹੈ। 3rd ਚੈਪਟਰ ਹੈ। ਇਹ ਇਕੱਲਾ ਈਟੀਟੀ ਐਗਜ਼ਾਮ ਦੇ ਲਈ ਨਹੀਂ ਹੈਗਾ ਬੇਟਾ, ਇਹ ਸਾਰੇ ਐਗਜ਼ਾਮਸ ਦੇ ਲਈ, ਜਿਵੇਂ ਰੇਲਵੇ ਹੋ ਗਿਆ, ਗਰੁੱਪ ਡੀ ਦੇ ਐਗਜ਼ਾਮ ਹੋ ਗਏ ਜਾਂ ਐਸਐਸਸੀ ਦੇ ਜਾਂ ਪਟਵਾਰੀ ਦੇ, ਹਰ ਐਗਜ਼ਾਮ ਦੇ ਲਈ ਇਹ ਵਾਲੇ ਚੈਪਟਰ ਇੰਪੋਰਟੈਂਟ ਹੈ। ਜਰਨਲ ਸਾਇੰਸ ਦੇ ਟੌਪਿਕਸ ਨੇ। ਇਹ ਤਾਂ ਬਸ ਇੱਕ ਆਪਾਂ ਨੂੰ ਈਟੀਟੀ ਸੈਕਿੰਡ ਐਗਜ਼ਾਮ, ਅੱਜ ਕੱਲ੍ਹ ਤੁਹਾਨੂੰ ਪਤਾ ਹੈ ਵੀ ਐਗਜ਼ਾਮ ਸਭ ਤੋਂ ਨੀਅਰ ਈਟੀਟੀ ਸੈਕਿੰਡ ਐਗਜ਼ਾਮ ਦਾ ਪੇਪਰ ਹੈਗਾ। ਦੈਟਸ ਵਾਈ ਮੈਨੂੰ ਇਹ ਵਾਲਾ ਈਟੀਟੀ ਸੈਕਿੰਡ ਐਗਜ਼ਾਮ ਦਾ ਜਿਹੜਾ ਮਤਲਬ ਹਾਈਲਾਈਟ ਜ਼ਿਆਦਾ ਮੈਨੂੰ ਕਰਨਾ ਪੈ ਰਿਹਾ ਹੈ। ਤਾਂ ਡੋਂਟ ਵਰੀ ਬੇਟਾ, ਐਵਰੀਵਨ ਜੋ ਵੀ ਤੁਸੀਂ ਵੀਡੀਓਜ਼ ਦੇਖ ਰਹੇ ਹੋ ਜਰਨਲ ਸਾਇੰਸ ਦਾ ਟੌਪਿਕ ਹੈ ਤਾਂ ਧਿਆਨ ਨਾਲ ਦੇਖੀ ਜਾਓ ਵੀਡੀਓ ਨੂੰ ਤੇ ਆਪਣੇ ਨੋਟਸ ਬਣਾਓ, ਬਿਲਕੁਲ ਹੈਂਡ ਰਿਟਨ ਨੋਟਸ ਨੇ। ਓਕੇ, ਤਾਂ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਹਾਂ। ਠੀਕ ਹੈ, ਹਾਂਜੀ ਡੀਅਰ। ਤਾਂ ਅੱਜ ਦਾ ਸੈਸ਼ਨ ਆਪਾਂ ਸਟਾਰਟ ਕਰਦੇ ਹਾਂ ਵੇਵ ਮੋਸ਼ਨ ਐਂਡ ਸਾਊਂਡ ਤੋਂ ਪਹਿਲਾਂ ਆਪਾਂ ਵੇਵ ਮੋਸ਼ਨ, ਇਹ ਵਿੱਚ ਸਬ ਪਾਰਟ ਹੈਗਾ, ਆਪਾਂ ਕਰਾਂਗੇ ਡਿਸਕਸ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਹਰ ਪਾਰਟ ਬਹੁਤ ਇੰਪੋਰਟੈਂਟ ਹੈ। ਓਕੇ, ਤਾਂ ਵੇਵ ਕੀ ਹੁੰਦੀ ਹੈ, ਧਿਆਨ ਨਾਲ ਰੀਡ ਕਰੋ। ਦੇਖੋ, ਵੇਵ ਇਜ਼ ਆ ਡਿਸਟਰਬੈਂਸ which propagates energy from one place to other place without the transport of matter। ਤਾਂ ਕਹਿੰਦਾ ਵੇਵ ਇੱਕ ਡਿਸਟਰਬੈਂਸ ਹੈ, ਓਕੇ, ਜਿਹੜੀ એનર્ਜੀ ਨੂੰ ਟਰਾਂਸਫਰ ਕਰ ਰਹੀ ਹੈ ਇੱਕ ਪਲੇਸ ਤੋਂ ਦੂਜੇ ਪਲੇਸ ਤੱਕ। ਠੀਕ ਹੈ, ਤੇ ਜਿਹੜਾ ਆਪਣਾ ਮੈਟਰ ਹੈ ਉਹ ਟਰਾਂਸਫਰ ਨਹੀਂ ਹੋਊਗਾ। ਜਿਵੇਂ ਫੋਰ ਐਗਜ਼ਾਮਪਲ ਆਪਾਂ ਕਹੀਏ, ਮੈਂ ਤੁਹਾਡੇ ਨਾਲ ਗੱਲਬਾਤ ਹੁਣ ਕਰ ਰਿਹਾ, ਦੇਖੋ ਮੇਰੀ એનર્ਜੀ ਤੁਹਾਡੇ ਲਵੇ ਪਹੁੰਚ ਰਹੀ ਹੈ, ਬਟ ਮੈਂ ਤਾਂ ਨਹੀਂ ਤੁਹਾਡੇ ਲਵੇ ਪਹੁੰਚਿਆ ਨਾ, ਮੇਰੀ એનર્ਜੀ ਪਹੁੰਚ ਰਹੀ ਹੈ ਤੁਹਾਡੇ ਪਾਸ, ਤਾਂ ਦਿਸ ਇਜ਼ ਕੋਲਡ ਵੇਵ। ਓਕੇ, ਤਾਂ ਆਪਣੇ ਕੋਲ ਬੇਸਿਕਲੀ 2 ਟਾਈਪਸ ਦੀਆਂ ਵੇਵਸ ਹੁੰਦੀਆਂ ਨੇ। ਦੇਰ ਆਰ ਮੇਨਲੀ 2 ਟਾਈਪਸ ਆਫ ਵੇਵਸ, ਮਕੈਨੀਕਲ ਵੇਵਸ ਕਹਿੰਦੇ ਆ, ਇੱਕ ਆਪਾਂ ਨੋਨ ਮਕੈਨੀਕਲ ਵੇਵਸ ਹੁੰਦੀਆਂ ਨੇ। ਬੇਟਾ ਹੈਂਡ ਨੋਟਸ ਨੇ, ਤੁਸੀਂ ਵੀ ਆਪਣੇ ਨੋਟਸ ਬਣਾਉਣੇ ਸਟਾਰਟ ਕਰੋ। ਠੀਕ ਹੈ ਨਾ ਬੇਟਾ, ਮੈਂ PDF ਦੈਟਸ ਵਾਈ ਪ੍ਰੋਵਾਈਡ ਨਹੀਂ ਕਰਦਾ, ਕਿਉਂਕਿ ਨਾ ਬੱਚੇ ਸਿਰਫ PDF ਦੇਖਦੇ ਨੇ ਤੇ ਆਪਣਾ ਲਿਖਣਾ ਸਟਾਰਟ ਕਰ ਦਿੰਦੇ ਨੇ ਤੇ ਆਡੀਓ ਵੀਡੀਓ ਨਹੀਂ ਦੇਖਦੇ। ਦੈਟਸ ਵਾਈ ਡੀਅਰ, ਤੁਸੀਂ ਵੀਡੀਓ ਦੇਖੋ, ਹਰ ਕਨਸੈਪਟ ਨੂੰ ਧਿਆਨ ਨਾਲ ਸੁਣੋ ਬੇਟਾ, ਕਿਉਂਕਿ ਜਿੰਨਾ ਤੁਸੀਂ ਕਨਸੈਪਟ ਸੁਣੋਗੇ ਉਹੀ ਗੱਲ ਤੁਹਾਨੂੰ ਯਾਦ ਰਹੂਗੀ ਬੇਟਾ। ਐਵਰੀਵਨ ਓਕੇ, ਤਾਂ ਜੇਕਰ ਤੁਹਾਨੂੰ ਵੀਡੀਓ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਤਾਂ ਆਪਣੇ ਪਲੀਜ਼, ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਅੱਗੇ ਫਰੈਂਡਸ ਦੇ 'ਚ ਸ਼ੇਅਰ ਜ਼ਰੂਰ ਕਰੋ ਬੇਟਾ, ਵੀ ਤਾਂ ਜੋ ਤੁਹਾਡੇ ਲਵੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ। ਓਕੇ, ਤਾਂ ਅੱਗੇ ਆਪਾਂ ਡਿਸਕਸ ਕਰਦੇ ਹਾਂ। ਤਾਂ ਹੁਣ ਲਾਈਟ ਮਕੈਨੀਕਲ ਵੇਵਸ ਕੀ ਹੁੰਦੀਆਂ ਨੇ, ਆਪਾਂ ਉਹ ਵਾਲੇ ਦੇਖਦੇ ਹਾਂ। ਦੀ ਵੇਵਸ ਵਿਚ ਰਿਕੁਆਇਰ ਮਟੀਰੀਅਲ ਮੀਡੀਅਮ like solid liquid gas for their propagation are called mechanical waves। ਤਾਂ ਉਹ ਵਾਲੀਆਂ ਵੇਵਸ ਬੇਟਾ ਜਿਨ੍ਹਾਂ ਨੂੰ ਪ੍ਰੋਪੋਗੇਟ ਹੋਣ ਵਾਸਤੇ, ਜਾਣ ਦੇ ਲਈ ਇੱਕ ਮਟੀਰੀਅਲ ਮੀਡੀਅਮ ਚਾਹੀਦਾ, ਚਾਹੇ ਉਹ ਸੋਲਿਡ ਹੋਵੇ, ਲਿਕੁਇਡ ਹੋਵੇ ਜਾਂ ਗੈਸ ਹੋਵੇ। ਠੀਕ ਹੈ, ਤਾਂ ਉਸ ਨੂੰ ਆਪਾਂ ਕੀ ਬੋਲਦੇ ਆ, ਮਕੈਨੀਕਲ ਵੇਵਸ ਬੋਲਦੇ ਆ। ਠੀਕ ਹੈ ਬੇਟਾ, ਤਾਂ ਮਕੈਨੀਕਲ ਵੇਵਸ ਆਰ ਆਲਸੋ ਕਾਲਡ ਐਜ਼ ਇਲਾਸਟਿਕ ਵੇਵਸ। ਇਹ ਵੀ ਕੁਐਸਚਨ ਬਹੁਤ ਵਾਰੀ ਐਗਜ਼ਾਮ 'ਚ ਆ ਚੁੱਕਿਆ ਵੀ ਮਕੈਨੀਕਲ ਵੇਵਸ ਕਿਹੜੀਆਂ ਵੇਵਸ ਹੁੰਦੀਆਂ ਨੇ, ਇਹ ਇਲਾਸਟਿਕ ਵੇਵਸ ਹੁੰਦੀਆਂ ਨੇ। ਤੇ ਸਾਊਂਡ ਵੇਵ ਜਿਹੜੀਆਂ ਹੈਗੀਆਂ ਨੇ ਇਹ ਮਕੈਨੀਕਲ ਵੇਵਸ ਨੇ, ਕਿਉਂਕਿ ਬੇਟਾ ਸਾਊਂਡ ਵੇਵ ਜਿਹੜੀ ਹੁੰਦੀ ਹੈ, ਜਿਵੇਂ ਮੈਂ ਬੋਲ ਰਿਹਾ ਤੁਹਾਡੇ ਲਵੇ ਪਹੁੰਚ ਰਹੀ ਹੈ, ਤਾਂ ਇਹ ਕਿਸੇ ਨਾ ਕਿਸੇ ਥਰੂ ਮੀਡੀਅਮ ਹੀ ਵੋਇਸ ਪਹੁੰਚੂਗੀ। ਆਪਾਂ ਜਦੋਂ ਵੀ ਕੁਝ ਬੋਲਦੇ ਆ ਉਹ ਕਿਸੇ ਨਾ ਕਿਸੇ ਮਟੀਰੀਅਲ ਦੇ ਥਰੂ ਪਹੁੰਚਦੀ ਹੈ ਬੇਟਾ, ਚਾਹੇ ਉਹ ਹਵਾ ਮਟੀਰੀਅਲ ਹੈ, ਚਾਹੇ ਉਹ ਆਪਾਂ ਕਹਿ ਦਈਏ ਕੋਈ ਨਾ ਕੋਈ ਵਾਇਰ ਹੋਵੇ ਡੀਅਰ। ਵਿਦਾਊਟ ਮਤਲਬ ਵੈਕਿਊਮ ਦੇ ਵਿੱਚ ਏਅਰ ਹੈ ਜਿਹੜੀ ਟਰੈਵਲ ਨਹੀਂ ਕਰ ਸਕਦੀ, ਤਾਂ ਦੈਟਸ ਵਾਈ ਸਾਊਂਡ ਵੇਵ ਜਿਹੜੀ ਹੈਗੀ ਹੈ ਉਹ ਇੱਕ ਮਕੈਨੀਕਲ ਵੇਵ ਹੁੰਦੀ ਹੈ। ਐਵਰੀਵਨ ਓਕੇ, ਤਾਂ ਇਹ ਸੀਗੀ ਮਕੈਨੀਕਲ ਵੇਵ। ਅੱਗੇ ਆਪਾਂ ਡਿਸਕਸ ਕਰਦੇ ਹਾਂ ਬੇਟਾ ਨੋਨ ਮਕੈਨੀਕਲ ਵੇਵਸ। ਤਾਂ ਨੋਨ ਮਕੈਨੀਕਲ, ਜੇ ਮਕੈਨੀਕਲ ਵੇਵਸ ਹੁਣ ਡੈਫੀਨੇਸ਼ਨ ਕਲੀਅਰ ਹੈ ਵੀ ਮਕੈਨੀਕਲ ਵੇਵਸ ਉਹ ਵਾਲੀਆਂ ਵੇਵਸ ਨੇ ਜਿਨ੍ਹਾਂ ਵਿੱਚ ਆਪਣੇ ਕੋਲ ਕੀ ਸੀਗਾ, ਡਾਟੇ ਨੂੰ ਭੇਜਣ ਦੇ ਲਈ ਕੁਝ ਮਟੀਰੀਅਲ ਦੀ ਚਾਹੀਦਾ। ਬਟ ਨੋਨ ਮਕੈਨੀਕਲ ਵੇਵਸ ਦੇ ਵਿੱਚ ਕੀ ਹੈ, ਦੀ ਵੇਵਸ ਵਿੱਚ ਡੂ ਨੋਟ ਰਿਕੁਆਇਰ ਐਨੀ ਮੀਡੀਅਮ। ਇਹਨਾਂ ਵੇਵਸ ਨੂੰ ਟਰਾਂਸਫਰ ਕਰਨ ਦੇ ਲਈ, ਪ੍ਰੋਪੋਗੇਟ ਕਰਨ ਦੇ ਲਈ ਕਿਸੇ ਮਟੀਰੀਅਲ ਦੀ ਲੋੜ ਨਹੀਂ ਹੁੰਦੀ।
दैट्स वाई इन्हों आपां की बोलते हैं नॉन मकैनिकल वेव्स बोलते हैं। ठीक है, तो इन्हों की एग्जाम्पल्स बहुत इंपॉर्टेंट ने। लाइट वेव्स हो गया, एक्सरेज, कॉस्मिक रेज, ये सारे एग्जाम्पल नॉन मकैनिकल वेव्स दियां ने। क्योंकि नॉन मकैनिकल वेव्स जिमें लाइट वेव्स है, सूरज तो सन तो आपां नूं लाइट वेव्स आ रही ने थ्रू देखो वैक्यूम ही आ रही ने। ठीक है ना, तो अपने अर्थ विच एटमोसफेयर है, जे अर्थ तो बाहर चले जाइए उत्थे तो नहीं एटमोसफेयर है, उत्थे तो नहीं हवा हैगी ना। तो दैट्स वाई डियर ਤਾਂ ਮਤਲਬ ਲਾਈਟ ਹੈ ਜਿਹੜੀ ਵੈਕਿਊਮ ਦੇ ਵਿੱਚ ਵੀ ਟਰੈਵਲ ਕਰ ਸਕਦੀ ਹੈ, ਬਟ ਜਿਹੜੀ ਸਾਊਂਡ ਹੈ ਉਹ ਵੈਕਿਊਮ ਦੇ ਵਿੱਚ ਟਰੈਵਲ ਨਹੀਂ ਕਰਦੀ। देयरफॉर साउंड मैकेनिकल वेव है तो लाइट अपनी नॉन मैकेनिकल वेव है। लाइट हो गया, एक्स रेज हो गया, कॉस्मिक रेज हो गई, ये सारिया रेज नॉन मैकेनिकल वेव्स ने। ये दो तरह के मैकेनिकल तो नॉन मैकेनिकल। एक क्लासीफिकेशन होर अपने को वेव्स की, तो दैट इज़ द ट्रांसवर्स वेव्स। तो ट्रांसवर्स वेव्स की होंदियां ने उन्होंने आपां ध्यान नाल डिस्कस करते हैं। इफ द पार्टिकल ऑफ द मीडियम vibrates perpendicular to the direction of propagation of waves, the wave is called transverse waves। the wave is called transfer wave। ਇਹਦਾ मतलब ਕੀ ਹੈ बेटा, ਮੰਨ ਕੇ ਚਲੋ ਆਪਾਂ propagation ਇਸ डायरेक्शन ਦੇ ਵਿੱਚ ਕਰ ਰਹੇ ਹਾਂ, ਤਾਂ ਇਸ डायरेक्शन ਦੇ ਵਿੱਚ propagation ਹੋ ਰਿਹਾ ਹੈ, ਜਦ ਕਿ ਜਿਹੜਾ ਪਾਰਟੀਕਲ ਹੈ ਉਹ ਆਪਣਾ ਪਰਪੈਂਡੀਕੂਲਰ ਵਾਈਬ੍ਰੇਟ ਕਰਦਾ। ਤਾਂ ਦੇਖੋ ਪਰਪੈਂਡੀਕੂਲਰ ਮਤਲਬ 90 ਡਿਗਰੀ ਦਾ ਐਂਗਲ ਬਣਾ ਰਿਹਾ ਹੈ, ਤਾਂ ਪਰਪੈਂਡੀਕੂਲਰ ਵਾਈਬ੍ਰੇਟ ਕਰ ਰਿਹਾ ਹੈ, ਤਾਂ ਦੈਟਸ ਵਾਈ ਆਪਾਂ ਇਹਨਾਂ ਨੂੰ ਆਪਾਂ ਕੀ ਬੋਲਦੇ ਆ, ਟਰਾਂਸਵਰਸ ਵੇਵ ਮੋਸ਼ਨ ਬੋਲਦੇ ਆ। ਤਾਂ ਸਿੰਪਲ ਡੈਫੀਨੇਸ਼ਨ ਹੈ ਵੀ ਜੇ ਪਾਰਟੀਕਲ ਵਾਈਬ੍ਰੇਟ ਕਰ ਰਿਹਾ ਹੈ ਪਰਪੈਂਡੀਕੂਲਰ, ਪਾਰਟੀਕਲ ਵਾਈਬ੍ਰੇਟ ਕਰ ਰਿਹਾ ਹੈ ਪਰਪੈਂਡੀਕੂਲਰ ਟੂ ਦੀ ਡਾਇਰੈਕਸ਼ਨ ਆਫ ਪ੍ਰੋਪੋਗੇਸ਼ਨ ਆਫ ਵੇਵਸ, ਤਾਂ ਦੈਨ ਦਿਸ ਵੇਵ ਇਜ਼ ਕਾਲਡ ਐਜ਼ ਟਰਾਂਸਵਰਸ ਵੇਵ ਬੋਲਦੇ ਆ। ਠੀਕ ਹੈ, ਤਾਂ ਇਹ ਇਸ ਦੀ ਅੱਗੇ ਆਪਾਂ ਗੱਲ ਕਰੀਏ ਜਿਹੜੀ ਟਰਾਂਸਵਰਸ ਵੇਵ ਹੁੰਦੀ ਹੈ, ਦਿਸ ਵੇਵ ਪ੍ਰੋਪੋਗੇਟ ਇਨ ਦੀ ਫੋਰਮ ਆਫ ਕਰਸਟ ਐਂਡ ਟਰਫ। ਤਾਂ ਜਿਹੜੀ ਇਹ ਵੇਵ ਹੈ ਦੇਖੋ ਇਹ ਕਰਸਟ ਐਂਡ ਟਰਫ ਇਸ ਫੋਰਮ ਦੇ ਵਿੱਚ ਵੇਵ ਟਰਾਂਸਫਰ ਹੁੰਦੀ ਹੈ। ਤਾਂ ਉੱਪਰ ਵਾਲੇ ਹਿੱਸੇ ਨੂੰ ਆਪਾਂ ਕਰਸਟ ਬੋਲਦੇ ਹਾਂ ਤੇ ਨੀਚੇ ਵਾਲੇ ਹਿੱਸੇ ਨੂੰ ਆਪਾਂ ਟਰਫ ਬੋਲਦੇ ਹਾਂ। ਇਹਦੇ 'ਚ ਕੀ ਨਾ ਇੱਕ ਪਾਰਟੀਕਲ ਹੁੰਦਾ, ਜਿਵੇਂ ਆ ਉਰੇ ਪਾਰਟੀਕਲ ਹੈ, ਦੇਖੋ ਵੇਵ ਤਾਂ ਟਰਾਂਸਫਰ ਇੱਧਰ ਨੂੰ ਹੋ ਰਹੀ ਹੈ ਜਦ ਕਿ ਪਾਰਟੀਕਲ ਐਵੇਂ ਐਵੇਂ ਮੂਵ ਹੁੰਦਾ। ਠੀਕ ਹੈ ਨਾ, ਤਾਂ ਦੈਟਸ ਵਾਈ ਪਰਪੈਂਡੀਕੂਲਰ ਹੀ ਮੂਵ ਹੋ ਰਿਹਾ ਤੇ ਡਾਇਰੈਕਸ਼ਨ ਆਫ ਪ੍ਰੋਪੋਗੇਸ਼ਨ ਦੇ ਕੀ ਹੋ ਰਿਹਾ, ਪਰਪੈਂਡੀਕੂਲਰ। ਤਾਂ ਇਹ ਕੀ ਵੇਵ ਮੋਸ਼ਨ ਹੁੰਦਾ ਹੈ, ट्रांसवर्स वेव मोशन हुंदा है। फॉर एग्जाम्पल की गल करिए आप, सब तो फेमस एग्जाम्पल जी हैगी है लाइट वेव्स ने। बहुत फेमस क्वेश्चन है, आप जे तुसी पहला लाइट चैप्टर दे मेरे MCQ पढ़ चुके हो, आप उत्थे भी कीता सीगा भी जिहड़ा लाइट वेव्स ने यह एक ट्रांसवर्स वेव्स हुंदियां ने। ठीक है, मैं तुहानूं दो तरह के वेव्स ने, एक ट्रांसवर्स एक लॉन्गीट्यूडनल। लाइट वेव्स ट्रांसवर्स होंगे ने, लाइट पिछे टी आ रहा तो ट्रांसवर्स वेव्स ने। तुसी इस तरीके ना छोटा जा लिंक याद रख सकते हो। होर इस तो बाद की गल करिए ट्रांसवर्स वेव्स की गल करिए, ट्रांसवर्स वेव्स कैन बी जनरेटेड इन सॉलिड्स एंड अपर सरफेस ऑफ लिक्विड। ये भी क्वेश्चन बहुत बार एग्जाम च आंदा है भी ਜਿਹੜਾ ट्रांसवर्स वेव्स ने ਆਪਾਂ ਕਿੱਥੇ ਜਨਰੇਟ ਕਰ ਸਕਦੇ ਆ। ਤੇ ਜਿਹੜੇ ट्रांसवर्स वेव्स ने बेटा ਆਪਾਂ ਸੋਲਿਡਸ ਦੇ ਵਿੱਚ ਜਨਰੇਟ ਕਰ ਸਕਦੇ ਆ, ਤੇ ਜਿਹੜਾ ਲਿਕੁਇਡਸ ਹੁੰਦੇ ਨੇ ਉਹਨਾਂ ਦੇ ਅਪਰ ਸਰਫੇਸ ਦੇ ਉੱਤੇ ਆਪਾਂ ਜਨਰੇਟ ਕਰ ਸਕਦੇ ਆ ट्रांसवर्स वेव्स ਨੂੰ। ਓਕੇ, ਤਾਂ ਇਹਨਾਂ ਦੇ ਐਗਜ਼ਾਮਪਲਾਂ ਕੀ ਨੇ, ਇਹ ਵੀ ਐਗਜ਼ਾਮ 'ਚ ਬਹੁਤ ਫੇਮਸ ਨੇ। ਇਸ ਦੇ ਐਗਜ਼ਾਮਪਲਾਂ ਬਾਰ-ਬਾਰ ਐਗਜ਼ਾਮ 'ਚ ਕੁਐਸਚਨ ਆਸ ਕਰਦਾ ਵੀ ਐਗਜ਼ਾਮਪਲਸ ਆਫ ट्रांसवर्स वेव्स। तो सब तो फेमस एग्जाम्पल तो है लाइट वेव्स। तो लाइट वेव्स जी एग्जाम्पल है यह एक ट्रांसवर्स वेव मोशन है। मूवमेंट ऑफ स्ट्रिंग ऑफ सितार, तो जी सितार होंगी है बेटा वो जी एक सितार होंगी है ना डियर, वो स्ट्रिंग्स लगिया होंगे ने इस तरीके नाल। तो जो आप मूवमेंट करते हैं तो किस वेव मोशन च मूवमेंट हो रही है, ट्रांसवर्स वेव हो रहा है उन्होंने विच। ठीक है, तो उस तो बाद मूवमेंट ऑफ मैंब्रेन ऑफ तबला। तो जो तबला होंगे बेटा जो उसके उत्ते आप स्ट्राइक करते हैं तो जो उसका मैंब्रेन होंगे, मैंब्रेन मतलब उसकी जी परत होंगी है, तो जी मूव करती है बेटा वो एक ट्रांसवर्स वेव मोशन दे विच मूव करते हैं। देखो परपेंडिकुलर मूव करते, जबकि जी आवाज़ है वो अपनी एक डायरेक्शन दे विच फ्लो कर जाती है। तो इस करके अपना की है ट्रांसवर्स वेव मोशन है। मूवमेंट ऑफ किंक ऑफ रोप, इसका मतलब कहना मन के चलो एक सीर है, उरे दी आपां ने एक रोप रस्सी बन ली
ਤੇ ਉਰੋਂ ਦੀ ਆਪਾਂ ਨੇ ਨਾ ਹੈਂਡ ਦੇ ਨਾਲ ਆਪਾਂ ਨੇ ਸਟ੍ਰਾਈਕ ਕਰਾ ਦਿੱਤਾ, ਇਸ ਤਰੀਕੇ ਨਾਲ ਮੂਵ ਰੋਪ ਕਰਦੀ ਹੈ, ਤਾਂ ਇਸ ਨੂੰ ਕਹਿੰਦੇ ਨੇ ਮੂਵਮੈਂਟ ਆਫ ਕਿੰਕ ਆਫ ਰੋਪ। ਤਾਂ ਇਹ ਆਪਣਾ ਕੀ ਹੈ, ਚਾਰੇ ਦੇ ਚਾਰੇ ਮੇਨ ਐਗਜ਼ਾਮਪਲਾਂ ਨੇ, ਯਾਦ ਰੱਖਿਓ। ਲਾਈਟ ਵੇਵਸ ਹੋ ਗਿਆ, ठीक है, मूवमेंट ऑफ स्ट्रिंग ऑफ स्टार हो गया बेटा, मूवमेंट ऑफ मैंब्रेन ऑफ तबला, मूवमेंट ऑफ किंक ऑफ रोप। ये सब तो मेन एग्जाम्पल ने ਜਿਹੜਾ एग्जाम ਦੇ ਵਿੱਚ क्वेश्चन एग्जाम ਦੇ ਵਿੱਚ ਆਏ ਹੋਏ ਨੇ। ਤਾਂ ਜੇਕਰ ਬੇਟਾ ਤੁਹਾਨੂੰ ਵੀਡੀਓ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇਕਰ ਤੁਸੀਂ ਨਵੇਂ ਹੋ ਤਾਂ ਪਲੀਜ਼ ਅੱਗੇ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਬੇਟਾ। ਤਾਂ ਜਿੰਨਾ ਸ਼ੇਅਰ ਕਰੋਗੇ ਨਾ ਬੇਟਾ ਤਾਂ ਉਹਨਾਂ ਬੱਚਿਆਂ ਦੇ ਲਈ ਬਹੁਤ ਮਤਲਬ ਅੱਗੇ ਬੱਚਿਆਂ ਨੂੰ ਪਤਾ ਚੱਲੂਗਾ ਵੀ ਹਾਂ ਕੋਈ ਪਰਸਨ ਹੈ ਜਿਹੜਾ ਡਾਟਾ ਬਣਾ ਰਿਹਾ ਬੇਟਾ। ਬਹੁਤ ਘੱਟ ਬੱਚਿਆਂ ਨੂੰ ਪਤਾ ਹੈ ਬੇਟਾ। ਤਾਂ ਦੈਟਸ ਵਾਈ ਕਹਿ ਰਹੇ ਹਾਂ ਵੀ ਪਲੀਜ਼ ਤੁਹਾਡੇ ਕੋਲ ਲਿੰਕ ਹੈਗੇ ਨੇ ਬੱਚਿਆਂ ਦੇ, ਤਾਂ ਉਹਨਾਂ ਨੂੰ ਜ਼ਰੂਰ ਟ੍ਰਾਂਸਫਰ ਕਰੋ, ਸ਼ੇਅਰ ਕਰੋ ਵੀਡੀਓਜ਼ ਨੂੰ ਵੀ, ਤਾਂ ਜੋ ਵੱਧ ਤੋਂ ਵੱਧ ਬੱਚੇ ਵੀਡੀਓਜ਼ ਨੂੰ ਦੇਖ ਸਕਣਗੇ। ਠੀਕ ਹੈ, ਤਾਂ ਨੈਕਸਟ ਆਪਾਂ ਸਟਾਰਟ ਕਰਦੇ ਹਾਂ ਲੌਂਗੀਟਿਊਡਨਲ ਵੇਵਸ। ਤਾਂ ਲੌਂਗੀਟਿਊਡਨਲ ਵੇਵ ਦੀ ਪਹਿਲਾਂ ਡੈਫੀਨੇਸ਼ਨ ਕਰ ਲਈਏ। ਜੇ ਤੁਹਾਨੂੰ ਟ੍ਰਾਂਸਵਰਸ ਵੇਵ ਯਾਦ ਹੋ ਗਿਆ ਹੋਊਗਾ, ਇਹਦੇ ਵਿੱਚ ਕੀ ਹੈ, ਟ੍ਰਾਂਸਵਰਸ ਵਿੱਚ ਕੀ ਸੀਗਾ, ਜਿਹੜਾ ਪਾਰਟੀਕਲ ਸੀਗਾ ਉਹ ਮੂਵ ਕਰਦਾ ਪਰਪੈਂਡੀਕੂਲਰ ਟੂ ਦੀ ਪ੍ਰੋਪੋਗੇਸ਼ਨ ਆਫ ਦੀ ਵੇਵ, ਹੈ ਨਾ, ਪਰਪੈਂਡੀਕੂਲਰ ਮੂਵ ਹੋ ਰਿਹਾ ਸੀਗਾ। ਬਟ ਲੌਂਗੀਟਿਊਡਨਲ ਜੇ ਤੁਸੀਂ ਧਿਆਨ ਨਾਲ ਪੜ੍ਹੋਗੇ, ਇਫ ਦੀ ਪਾਰਟੀਕਲ ਆਫ ਦੀ ਮੀਡੀਅਮ ਵਾਈਬ੍ਰੇਟ ਇਨ ਦੀ ਡਾਇਰੈਕਸ਼ਨ ਆਫ ਪ੍ਰੋਪੋਗੇਸ਼ਨ ਆਫ ਦੀ ਵੇਵ ਮੋਸ਼ਨ, that wave is called longitudinal waves। ਤਾਂ ਇਹਦੇ ਵਿੱਚ ਸਿੰਪਲ ਕਹਿ ਰਿਹਾ ਹੈ ਵੀ ਜਿਸ ਡਾਇਰੈਕਸ਼ਨ ਦੇ ਵਿੱਚ ਮੰਨ ਕੇ ਚਲੋ ਵੇਵ ਜਾ ਰਹੀ ਹੈ ਤਾਂ ਉਸੇ ਡਾਇਰੈਕਸ਼ਨ ਦੇ ਵਿੱਚ ਪਾਰਟੀਕਲ ਵੀ ਮੂਵ ਕਰੂਗਾ। ਠੀਕ ਹੈ, ਤਾਂ ਇਸ ਤਰ੍ਹਾਂ ਦੀ ਮੂਵਮੈਂਟ ਨੂੰ ਆਪਾਂ ਕੀ ਬੋਲਦੇ ਹਾਂ, ਲੌਂਗੀਟਿਊਡਨਲ ਵੇਵ ਮੋਸ਼ਨ ਬੋਲਦੇ ਹਾਂ। ਐਵਰੀਵਨ ਓਕੇ। ਤਾਂ ਇਸ ਦੀਆਂ ਜਿਹੜੀਆਂ ਲੌਂਗੀਟਿਊਡਨਲ ਵੇਵਸ ਹੁੰਦੀਆਂ ਨੇ ਇਹ ਟ੍ਰਾਂਸਫਰ ਹੁੰਦੀਆਂ ਨੇ ਇਨ ਦੀ ਫਾਰਮ ਆਫ ਕੰਪਰੈਸ਼ਨ ਐਂਡ ਰੇਅਰਫੈਕਸ਼ਨ ਦੀ ਫਾਰਮ ਦੇ ਵਿੱਚ। ਤਾਂ ਕੰਪਰੈਸ਼ਨ ਦੇ ਵਿੱਚ ਕੀ ਨੇ, ਜਿਹੜੇ ਪਾਰਟੀਕਲਸ ਨੇ ਬਹੁਤ ਨੇੜੇ ਨੇੜੇ ਆ ਜਾਂਦੇ ਨੇ, ਰੇਅਰਫੈਕਸ਼ਨ 'ਚ ਪਾਰਟੀਕਲ ਦੂਰ ਦੂਰ ਚਲੇ ਜਾਂਦੇ ਨੇ। ਕੰਪਰੈਸ਼ਨ 'ਚ ਨੇੜੇ ਨੇੜੇ ਤੇ ਆਪਣੇ ਰੇਅਰਫੈਕਸ਼ਨ 'ਚ ਦੂਰ ਦੂਰ ਚਲੇ ਜਾਂਦੇ ਨੇ। ਤਾਂ ਤੁਹਾਨੂੰ ਮਾਰਕ ਕਰਕੇ ਦਿਖਾਇਆ ਹੋਇਆ, ਤੁਸੀਂ ਸਾਰੇ ਨੋਟਸ ਬੇਟਾ ਧਿਆਨ ਨਾਲ ਹੈਂਡ ਰਿਟਨ ਖੁਦ ਬਣਾਓ ਬੇਟਾ, ਵੀ ਤਾਂ ਜੋ ਤੁਹਾਨੂੰ ਹਰ ਗੱਲ ਮੈਂ ਜੋ ਸਮਝਾ ਰਿਹਾ ਤੁਹਾਨੂੰ ਕੱਲੀ ਕੱਲੀ ਗੱਲ ਸਮਝ ਆਈ ਜਾਵੇ। ਐਵਰੀਵਨ ਓਕੇ ਬੇਟਾ, ਯੂਨੀਕ ਸਟੂਡੈਂਟ ਬਣੋ। ਮੈਂ ਤੁਹਾਨੂੰ ਬਾਰ-ਬਾਰ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਬੇਟਾ, ਜੇਕਰ ਤੁਸੀਂ ਯੂਨੀਕ ਸਟੂਡੈਂਟ ਨਹੀਂ ਬਣੋਗੇ ਬੇਟਾ ਤੁਹਾਨੂੰ ਕੋਈ ਗੌਰਮੈਂਟ ਜੌਬ ਨਹੀਂ ਮਿਲੂਗੀ। ਐਟ ਪ੍ਰੈਜ਼ੈਂਟ ਲੋਕਡਾਊਨ ਦੇ ਵਿੱਚ ਆਪਣੇ ਘਰ ਦੇ ਹਾਲਾਤ ਦੇਖੀ ਆਪਾਂ ਸਾਰੇ ਜਣੇ, ਦੇਖੋ ਅੱਜ ਤੁਹਾਨੂੰ ਸ਼ਾਇਦ ਰੀਅਲਾਈਜ਼ ਹੁੰਦਾ ਹੋਊਗਾ ਵੀ ਗੌਰਮੈਂਟ ਜੌਬ ਦਾ ਕਿੰਨਾ ਬੈਨੀਫਿਟ ਹੈ। ਚਾਹੇ ਆਪਾਂ ਘਰੇ ਬੈਠੇ ਰਹੋ ਬਟ ਤਨਖਾਹ ਆਪਣੇ ਖਾਤੇ ਦੇ ਵਿੱਚ ਫਿਰ ਵੀ ਪਈ ਹੀ ਜਾਣੀ ਹੈ। ਦੈਟਸ ਵਾਈ ਕਹਿਣਾ ਬੇਟਾ ਵੀ ਲੋਕ ਆਪਣਾ ਗੌਰਮੈਂਟ ਜੌਬ ਲਓ, ਬਹੁਤ ਬੈਨੀਫਿਟ ਨੇ ਗੌਰਮੈਂਟ ਜੌਬਸ ਦੇ। ਤਾਂ 50-50 60-60 ਹਜ਼ਾਰ ਰੁਪਏ ਤਨਖਾਹ ਹੈ ਬੇਟਾ। ਤਾਂ ਪੜ੍ਹਦੇ ਰਹੋ, ਲੋਕਡਾਊਨ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਵੀ ਕਰਕੇ ਜਾਊਗਾ। ਦੇਖੋ ਕਈਆਂ ਨੂੰ ਨੁਕਸਾਨ ਕਰਕੇ ਜਾ ਰਿਹਾ, ਕਈਆਂ ਨੂੰ ਬੈਨੀਫਿਟ, ਬਟ ਐਜ਼ ਅ ਸਟੂਡੈਂਟ ਤੁਹਾਨੂੰ ਤਾਂ ਬੈਨੀਫਿਟ ਹੀ ਹੈ, ਤੁਹਾਨੂੰ ਜ਼ਿਆਦਾ ਟਾਈਮ ਮਿਲ ਰਿਹਾ ਹੈ ਸਟੱਡੀ ਕਰਨ ਦਾ। ਤਾਂ ਆਪਣਾ ਸਟੱਡੀ ਕਰਦੇ ਰਹੋ ਬੇਟਾ। ਠੀਕ ਹੈ, ਨੈਕਸਟ ਦੇਖੋ। ਤਾਂ ਲੌਂਗੀਟਿਊਡਨਲ ਵੇਵਸ ਦੀ ਗੱਲ ਕਰੀਏ ਬੇਟਾ ਜੇ ਆਪਾਂ, ਤਾਂ ਜਿਵੇਂ ਆਪਾਂ ਨੇ ਪੜ੍ਹਿਆ ਸੀਗਾ ਵੀ ਜਿਹੜੀਆਂ ਸਾਊਂਡ ਆਪਣਾ ਟ੍ਰਾਂਸਵਰਸ ਵੇਵਸ ਨੇ ਉਹ ਆਪਣਾ ਸਿਰਫ ਕਿਹਦੇ ਵਿੱਚ ਹੁੰਦੀਆਂ ਨੇ, ਸੋਲਿਡਸ ਦੇ ਵਿੱਚ ਪ੍ਰੋਡਿਊਸ ਹੋ ਸਕਦੀਆਂ ਸੀਗੀਆਂ ਟ੍ਰਾਂਸਵਰਸ, ਸੋਲਿਡ ਤੇ ਅਪਰ ਸਰਫੇਸ ਆਫ ਦੀ ਲਿਕੁਇਡਸ ਦੇ ਵਿੱਚ। ਬਟ ਜੇ ਆਪਾਂ ਲੌਂਗੀਟਿਊਡਨਲ ਵੇਵਸ ਦੀ ਗੱਲ ਕਰੀਏ ਉਹ ਸਭ ਦੇ ਵਿੱਚ ਪ੍ਰੋਡਿਊਸ ਹੋ ਸਕਦੀਆਂ ਨੇ, ਚਾਹੇ ਉਹ ਸੋਲਿਡ ਹੋਵੇ, ਲਿਕੁਇਡ ਹੋਵੇ, ਚਾਹੇ ਗੈਸ ਹੋਵੇ। ਤਾਂ ਇਹ ਵੀ ਕੁਐਸਚਨ ਬਹੁਤ ਵਾਰੀ ਆਉਂਦਾ ਵੀ ਲੌਂਗੀਟਿਊਡਨਲ ਵੇਵਸ ਆਪਾਂ ਕਿਸ ਦੇ ਵਿੱਚ ਪ੍ਰੋਡਿਊਸ ਕਰ ਸਕਦੇ ਹਾਂ, ਸੋਲਿਡ, ਲਿਕੁਇਡ ਐਂਡ ਗੈਸ ਦੇ ਵਿੱਚ। ਤੇ ਟ੍ਰਾਂਸਵਰਸ ਵੇਵ ਸਿਰਫ ਔਰ ਸਿਰਫ ਸੋਲਿਡ ਦੇ ਵਿੱਚ ਤੇ ਅਪਰ ਸਰਫੇਸ ਆਫ ਦੀ ਲਿਕੁਇਡਸ ਦੇ ਵਿੱਚ। ਤੇ ਇਸ ਦੇ ਐਗਜ਼ਾਮਪਲਸ ਦੀ ਗੱਲ ਕਰੀਏ, ਐਗਜ਼ਾਮਪਲਸ ਆਫ ਦੀ ਲੌਂਗੀਟਿਊਡਨਲ ਵੇਵਸ, ਤਾਂ ਸਭ ਤੋਂ ਪਹਿਲਾਂ ਆ ਜਾਂਦੀ ਆ ਸਾਊਂਡ ਵੇਵਸ। ਤਾਂ ਬੇਟਾ ਮੈਂ ਬਾਰ-ਬਾਰ ਕਹਿਣਾ ਸਭ ਤੋਂ ਮੋਸਟ ਇੰਪੋਰਟੈਂਟ ਦੋ ਤਰ੍ਹਾਂ ਦੇ ਵੇਵਸ ਨੇ, ਲਾਈਟ ਵੇਵਸ ਤੇ ਸਾਊਂਡ ਵੇਵਸ। ਯਾਦ ਰੱਖਿਓ ਲਾਈਟ ਟੀ ਤੋਂ ਟ੍ਰਾਂਸਵਰਸ ਵੇਵਸ ਨੇ ਲਾਈਟ ਵੇਵਸ, ਤੇ ਸਾਊਂਡ ਵੇਵਸ ਕੀ ਨੇ ਆਪਣੀਆਂ ਲੌਂਗੀਟਿਊਡਨਲ ਵੇਵਸ ਨੇ। ਤੁਸੀਂ ਐਵੇਂ ਵੀ ਯਾਦ ਕਰ ਸਕਦੇ ਹੋ, ਸਾਊਂਡ ਹੈ ਜਿਹੜੀ ਕਿੱਥੋਂ ਆਊਗੀ, ਲਾਊਡ ਸਪੀਕਰ ਤੋਂ ਆਊਗੀ। ਤੇ ਐਲ ਫॉर ਲਾਊਡ ਸਪੀਕਰ, ਐਲ ਤੋਂ ਆਪਣੇ ਲੌਂਗੀਟਿਊਡਨਲ। ਤੁਸੀਂ ਇਸ ਤਰੀਕੇ ਨਾਲ ਵੀ ਵਰਡ ਯਾਦ ਰੱਖ ਸਕਦੇ ਹੋ। ਠੀਕ ਹੈ, ਵੇਵਸ ਔਨ ਸਪਰਿੰਗ। ਤਾਂ ਜਿਹੜੇ ਸਪਰਿੰਗ ਹੁੰਦੇ ਨੇ ਬੇਟਾ, ਜਿਵੇਂ ਮੰਨ ਕੇ ਚਲੋ ਆ ਇੱਕ ਕੋਨਾ ਹੈ ਬੇਟਾ, ਉਰੇ ਆਪਾਂ ਨੇ ਇੱਕ ਸਪਰਿੰਗ ਲਟਕਾਇਆ ਹੋਇਆ ਸੀਗਾ, ਤਾਂ ਇਸ ਕੋਨੇ ਤੋਂ ਆਪਾਂ ਨੇ ਨੀਚੇ ਨੂੰ ਖਿੱਚਤਾ ਬੇਟਾ, ਤਾਂ ਤੁਹਾਨੂੰ ਪਤਾ ਸਪਰਿੰਗ ਹੈ ਜਿਹੜਾ ਇਸ ਤਰੀਕੇ ਨਾਲ ਮੂਵ ਹੁੰਦਾ। ਤਾਂ ਇਹ ਜਿਹੜਾ ਮੂਵ ਹੋ ਰਿਹਾ ਤਾਂ ਕਿਸ ਤਰ੍ਹਾਂ ਦੀ ਮੂਵਮੈਂਟ ਹੈ ਵੇਵ ਦੀ, ਤਾਂ ਉਹ ਮੂਵਮੈਂਟ ਲੌਂਗੀਟਿਊਡਨਲ ਹੈ। ਠੀਕ ਹੈ, ਅਰਥਕੁਏਕ ਵੇਵਸ ਆਉਂਦੀਆਂ ਨੇ ਜਿਹੜੀਆਂ ਬੇਟਾ ਉਹ ਲੌਂਗੀਟਿਊਡਨਲ ਵੇਵਸ ਆਉਂਦੀਆਂ ਨੇ। ਟਿਊਨਿੰਗ ਫੋਕ, ਇਹ ਵੀ ਨਾ ਟਿਊਨਿੰਗ ਫੋਕ ਕੀ ਹੁੰਦਾ ਨਾ, ਇੱਕ ਐਕਸਪੈਰੀਮੈਂਟ ਹੁੰਦਾ ਸਾਇੰਸ ਦੇ ਵਿੱਚ, +1 ਦਾ ਐਕਸਪੈਰੀਮੈਂਟ ਹੈ।
ਤਾਂ ਟਿਊਨਿੰਗ ਫੋਕ ਦੇ ਵਿੱਚ ਮੰਨ ਕੇ ਜੇ ਕੋਈ ਦੇਸੀ ਤਰੀਕਾ ਦੱਸਾਂ ਵੀ ਇੱਕ ਸਕੇਲ ਜਿਹਾ ਹੁੰਦਾ ਹੱਥ ਦੇ ਵਿੱਚ ਤਾਂ ਇੱਕ ਫੱਟਾ ਜਿਹਾ ਹੁੰਦਾ, ਉਸ ਨੂੰ ਸਕੇਲ ਨੂੰ ਫੱਟੇ ਉੱਤੇ ਮਾਰੋ ਤਾਂ ਉਹਦੇ ਨਾਲ ਜਿਹੜਾ ਸਕੇਲ ਆ ਉਹ ਵਾਈਬ੍ਰੇਟ ਕਰੂਗਾ, ਤਾਂ ਉਹ ਵਾਈਬ੍ਰੇਟ ਜਿਹੜਾ ਮੋਸ਼ਨ ਹੈ ਉਹ ਕਿਹੜਾ ਮੋਸ਼ਨ ਹੈਗਾ, ਲੌਂਗੀਟਿਊਡਨਲ ਮੋਸ਼ਨ ਹੈਗਾ। ਠੀਕ ਹੈ, ਤਾਂ ਇਹ 4 ਐਗਜ਼ਾਮਪਲਾਂ ਯਾਦ ਰੱਖੋ ਜਿਹੜੀਆਂ ਮੇਨ ਨੇ। ਉਧਰ ਵੀ ਮੈਂ 4 ਐਗਜ਼ਾਮਪਲਾਂ ਲਿਖਵਾਈਆਂ ਸੀ, ਸਾਰੇ ਐਗਜ਼ਾਮਪਲਾਂ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚ ਆਈਆਂ ਹੋਈਆਂ ਨੇ ਬੇਟਾ। ਤਾਂ ਮੈਂ ਬੜੇ ਤਰੀਕੇ ਨਾਲ ਨੋਟਸ ਬਣਾਏ ਨੇ, ਦੈਟਸ ਵਾਈ ਕਹਿਣਾ ਬੇਟਾ ਤੁਹਾਡੇ ਕੋਲ ਬਹੁਤ ਅੱਛੀ ਐਜੂਕੇਸ਼ਨ ਆ ਰਹੀ ਹੈ ਥਰੂ YouTube। ਤਾਂ ਆਪਣਾ ਘਰੇ ਬੈਠ ਕੇ ਫੁੱਲ ਤਿਆਰੀ ਕਰਦੇ ਰਹੋ ਤੇ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰਦੇ ਰਹੋ। ਠੀਕ ਹੈ, ਨੈਕਸਟ ਮੈਂ ਤੁਹਾਨੂੰ ਦੱਸਿਆ ਵੀ ਮੇਨ ਕੀ ਆਪਣਾ ਸਾਊਂਡ ਵੇਵਸ ਤੇ ਲਾਈਟ ਵੇਵਸ ਨੇ। ਤਾਂ ਮੈਂ ਇੱਕ ਵਾਰੀ ਫੇਰ ਦੁਬਾਰਾ ਤੋਂ ਧਿਆਨ ਨਾਲ ਸੁਣ ਦੇਖੋ। ਪਹਿਲੀ ਗੱਲ ਦੇਖੋ, 2 ਤਰ੍ਹਾਂ ਦੇ ਲਾਈਟ ਵੇਵਸ ਤਾਂ ਵੈਕਿਊਮ 'ਚ ਟਰੈਵਲ ਕਰ ਜਾਂਦੀਆਂ ਨੇ, ਸਾਊਂਡ ਵੇਵਸ ਨੂੰ ਮੀਡੀਅਮ ਦੀ ਲੋੜ ਪੈਂਦੀ ਹੈ। ਦੈਟਸ ਜੇ ਮੀਡੀਅਮ ਦੀ ਲੋੜ ਪੈਂਦੀ ਤਾਂ ਮਕੈਨੀਕਲ ਵੇਵਸ ਨੇ ਤੇ ਲਾਈਟ ਵੇਵਸ ਆਪਣੀਆਂ ਨੋਨ ਮਕੈਨੀਕਲ ਵੇਵਸ ਹੋ ਗਈਆਂ। ਠੀਕ ਹੈ, ਤਾਂ ਮਕੈਨੀਕਲ ਵੇਵਸ ਤੇ ਨੋਨ ਮਕੈਨੀਕਲ ਵੇਵਸ। ਉਸ ਤੋਂ ਬਾਅਦ ਸਾਊਂਡ ਵੇਵਸ ਕਿਹੜੇ ਸੀ ਆਪਣੇ ਲੌਂਗੀਟਿਊਡਨਲ ਵੇਵਸ ਨੇ ਤੇ ਲਾਈਟ ਵੇਵਸ ਆਪਣੀਆਂ ਟਰਾਂਸਵਰਸ ਵੇਵਸ ਨੇ। ਤਾਂ ਯਾਦ ਰਹੂਗਾ, ਹੋਪ ਕਰਦਾ ਬੇਟਾ ਹਰ ਸਟੂਡੈਂਟ ਨੂੰ। ਬਾਕੀ ਆਪਾਂ MCQ ਦੀ ਸੀਰੀਜ਼ ਵੀ ਕਰਾਂਗੇ, ਇਹਦੇ ਵੀ ਨੀਅਰ ਅਬਾਊਟ 180+ MCQ ਹੋਣਗੇ ਸਾਊਂਡ ਚੈਪਟਰ ਦੇ ਵੀਡੀਓ। ਸਟੇ ਟਿਊਨਡ, ਮੈਂ ਹਰ ਕੁਐਸਚਨ ਨੂੰ ਬਹੁਤ ਚੰਗੀ ਤਰੀਕੇ ਨਾਲ ਡਿਸਕਸ ਵੀ ਕਰੂੰਗਾ। ਤਾਂ ਵੈਰੀ ਸੂਨ ਜਿਹੜੇ ਵੀ ਸਟੂਡੈਂਟ ਪਟਵਾਰੀ ਦੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤਾਂ ਵੈਰੀ ਸੂਨ ਆਪਣੇ ਚੈਨਲ ਦੇ ਉੱਤੇ ਅਕਾਊਂਟ ਦੇ ਵੀਡੀਓਜ਼ ਤੇ ਹੋਪ ਕਰਦਾ ਬੇਟਾ ਵੀ ਜਿਹੜਾ ਆਪਣਾ ਕਹਿ ਸਕਦੇ ਆਪਾਂ ਐਗਰੀਕਲਚਰ ਦਾ ਵੀਡੀਓਜ਼ ਵੀ ਜਲਦੀ ਆਉਣਗੀਆਂ। ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸ਼ੇਅਰ ਵੀ ਕਰਦੇ ਰਹੋ ਬੇਟਾ। ਜਿੰਨਾ ਸ਼ੇਅਰ ਕਰੋਗੇ ਉਨੀ ਮੇਰੇ ਵਿੱਚ ਮੋਟੀਵੇਸ਼ਨ ਜ਼ਿਆਦਾ ਆਊਗੀ, ਤਾਂ ਹੀ ਮੇਰੇ ਵਿੱਚ ਮੋਟੀਵੇਸ਼ਨ ਦੀਆਂ ਫੀਲਿੰਗਾਂ ਜ਼ਿਆਦਾ ਆਉਣਗੀਆਂ ਵੀ ਮੈਨੂੰ ਬੱਚੇ ਜ਼ਿਆਦਾ ਲਾਈਕ ਕਰ ਰਹੇ ਨੇ ਤੇ ਬੱਚਿਆਂ ਨੂੰ ਡਾਟੇ ਦੀ ਲੋੜ ਹੈਗੀ ਹੈ। ਠੀਕ ਹੈ, ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਬੇਟਾ ਇਲੈਕਟ੍ਰੋਮੈਗਨੈਟਿਕ ਵੇਵਸ। ਦੇਖੋ ਆਪਾਂ ਨੇ ਪਹਿਲਾਂ ਇੱਕ ਲਾਈਟ ਚੈਪਟਰ ਦੇ ਵਿੱਚ ਕਿਹਾ ਸੀਗਾ ਵੀ ਲਾਈਟ ਹੈ ਜਿਹੜਾ EM ਵੇਵਸ ਹੁੰਦੇ ਨੇ, ਤਾਂ ਹੁਣ ਆਪਾਂ EM ਵੇਵਸ ਪੜ੍ਹ ਰਹੇ ਹਾਂ। ਤਾਂ EM ਵੇਵਸ ਜਿਹੜੀਆਂ ਹੁੰਦੀਆਂ ਨੇ ਦੀ ਵੇਵਸ ਵਿੱਚ ਡੂ ਨਾਟ ਰਿਕੁਆਇਰ ਐਨੀ ਮੀਡੀਅਮ ਫੋਰ ਦੇਅਰ ਪ੍ਰੋਪੋਗੇਸ਼ਨ। ਤਾਂ ਜਿਸ ਵੇਵਸ ਨੂੰ ਕਿਸੇ ਵੀ ਤਰ੍ਹਾਂ ਦੀ ਮੀਡੀਅਮ ਦੀ ਲੋੜ ਨਹੀਂ ਹੁੰਦੀ ਹੈਗੀ ਪ੍ਰੋਪੋਗੇਸ਼ਨ ਟਰਾਂਸਫਰ ਹੋਣ ਦੇ ਲਈ, ਤਾਂ ਉਹਨਾਂ ਨੂੰ ਆਪਾਂ EM ਵੇਵਸ ਕਹਿੰਦੇ ਹਾਂ, ਮਤਲਬ ਇਲੈਕਟ੍ਰੋਮੈਗਨੈਟਿਕ ਵੇਵਸ ਕਹਿੰਦੇ ਹਾਂ। ਤਾਂ ਇਹਨਾਂ ਦੀਆਂ ਪ੍ਰੋਪਰਟੀਜ਼ ਕੀ ਹੁੰਦੀਆਂ ਨੇ, ਇਲੈਕਟ੍ਰੋਮੈਗਨੈਟਿਕ ਵੇਵਸ ਦੀਆਂ ਪ੍ਰੋਪਰਟੀਜ਼ ਕੀ ਹੈਗੀਆਂ ਨੇ। ਤਾਂ ਪਹਿਲੀ ਪ੍ਰੋਪਰਟੀ, ਐਨ EM ਵੇਵ ਕੰਸਿਸਟ ਆਫ ਐਨ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ which are mutually perpendicular and also perpendicular to the direction of motion। ਸਭ ਤੋਂ ਪਹਿਲਾਂ ਗੱਲ ਕਰੀਏ ਵੀ EM ਵੇਵ ਦੇ ਵਿੱਚ ਇਲੈਕਟ੍ਰਿਕ ਵੀ ਹੁੰਦੀਆਂ ਨੇ ਤੇ ਮੈਗਨੈਟਿਕ ਫੀਲਡ ਵੀ ਅਵੇਲੇਬਲ ਹੁੰਦੇ ਨੇ ਤੇ ਮਿਊਚੁਅਲੀ ਪਰਪੈਂਡੀਕੂਲਰ ਨੇ ਬੋਥ। ਤੇ ਆਪਣਾ ਕੀ ਹੈ ਪਰਪੈਂਡੀਕੂਲਰ ਟੂ ਦੀ ਡਾਇਰੈਕਸ਼ਨ, ਇਹ ਬੋਥ ਪਰਪੈਂਡੀਕੂਲਰ ਵੀ ਹੁੰਦੇ ਨੇ ਤੇ ਜਿਸ ਡਾਇਰੈਕਸ਼ਨ 'ਚ ਮੋਸ਼ਨ ਹੁੰਦਾ ਉਹਦੇ ਵੀ ਪਰਪੈਂਡੀਕੂਲਰ ਹੁੰਦੇ ਨੇ। ਤਾਂ ਇਸ ਨੂੰ ਆਪਾਂ EM ਵੇਵ ਕਹਿੰਦੇ ਹਾਂ। EM ਵੇਵਸ ਆ ਟਰਾਂਸਵਰਸ ਇਨ ਨੇਚਰ। ਦੇਖੋ EM ਵੇਵ ਆਪਣੇ ਕਿਹਾ ਲਾਈਟ ਵੇਵਸ ਨੇ, ਤਾਂ ਆਪਾਂ ਨੂੰ ਪਤਾ ਲਾਈਟ ਵੇਵਸ ਕਿਹੜੇ ਨੇ, ਟਰਾਂਸਵਰਸ ਵੇਵਸ ਨੇ। ਇਸ ਤੋਂ ਤੁਹਾਨੂੰ ਪਤਾ ਚੱਲ ਜਾਏਗਾ ਆਰਾਮ ਦੇ ਨਾਲ ਡੀਅਰ। ਓਕੇ, ਤੇ ਨੈਕਸਟ ਆਪਾਂ ਗੱਲ ਕਰੀਏ EM ਵੇਵ ਸ਼ੋ ਦੀ ਫਿਨੋਮੀਨਾ ਆਫ ਪੋਲਰਾਈਜੇਸ਼ਨ। ਤਾਂ ਜਿਵੇਂ ਆਪਾਂ ਨੇ ਲਾਈਟ ਚੈਪਟਰ ਕੀਤਾ ਸੀਗਾ ਤਾਂ ਲਾਈਟ ਚੈਪਟਰ 'ਚ ਕਿਹਾ ਸੀਗਾ ਵੀ ਲਾਈਟ ਜਿਹੜਾ ਵੇਵਸ ਨੇ ਪੋਲਰਾਈਜ਼ ਹੁੰਦੀਆਂ ਨੇ, ਹੈ ਨਾ। ਸਾਊਂਡ ਵੇਵ ਪੋਲਰਾਈਜ਼ ਨਹੀਂ ਕਰ ਸਕਦੇ ਬਟ ਲਾਈਟ ਵੇਵਸ ਨੂੰ ਪੋਲਰਾਈਜ਼ ਆਪਾਂ ਕਰ ਸਕਦੇ ਹਾਂ। ਤਾਂ ਦੈਟਸ ਵਾਈ EM ਵੇਵ ਵੀ ਪੋਲਰਾਈਜ਼ ਆਪਾਂ ਕਰ ਸਕਦੇ ਹਾਂ। ਐਗਜ਼ਾਮਪਲਸ ਕੀ ਨੇ ਆਪਣੇ ਕੋਲ EM ਵੇਵਸ ਦੀਆਂ, ਤਾਂ ਉਹ ਹੈਗੇ ਨੇ ਲਾਈਟ ਰੇਜ਼ ਹੈਗੀਆਂ ਨੇ, ਰੇਡੀਓ ਵੇਵਸ ਹੈਗੀਆਂ ਨੇ, ਇਨਫਰਾਰੈੱਡ, ਅਲਟਰਾ ਵਾਇਲਟ, ਮਾਈਕ੍ਰੋਵੇਵਸ, ਐਕਸ ਰੇਜ਼, ਗਾਮਾ ਰੇਜ਼। ਇਹ ਸਾਰੀਆਂ ਹੀ ਐਗਜ਼ਾਮਪਲਾਂ ਕੀ ਨੇ EM ਵੇਵਸ ਦੀਆਂ ਹੀ ਐਗਜ਼ਾਮਪਲਸ ਅਵੇਲੇਬਲ ਨੇ ਆਪਣੇ ਪਾਸ। ਠੀਕ ਹੈ, ਤੇ ਉਸ ਤੋਂ ਸਭ ਤੋਂ ਮੋਸਟ ਇੰਪੋਰਟੈਂਟ ਪੁਆਇੰਟ ਹੈ ਕੈਥੋਡ ਰੇਜ਼। ਜੇ ਆਪਾਂ ਗੱਲ ਕਰੀਏ ਕੈਥੋਡ ਰੇਜ਼ ਦੀ ਗੱਲ ਕਰੀਏ, ਕੈਨਾਲ ਰੇਜ਼ ਕਵੇ, ਐਲਫਾ ਰੇਜ਼, ਬੀਟਾ ਰੇਜ਼, these are not EM waves। ਇਹ ਕੁਐਸਚਨ ਬਹੁਤ ਵਾਰੀ ਆਇਆ ਹੈ, which of the following is not EM waves। ਤਾਂ ਧਿਆਨ ਰੱਖਿਓ ਕੈਥੋਡ ਰੇ, ਕੈਨਾਲ ਰੇ, ਐਲਫਾ ਰੇ ਤੇ ਬੀਟਾ ਰੇ ਇਹ ਆਪਣੀਆਂ EM ਇਲੈਕਟ੍ਰੋਮੈਗਨੈਟਿਕ ਵੇਵਸ ਨਹੀਂ ਹੈਗੀਆਂ। ਐਵਰੀਵਨ ਓਕੇ। ਹੁਣ ਅੱਗੇ ਆਪਾਂ ਪੜ੍ਹਦੇ ਹਾਂ ਸਪੈਕਟਰਮ ਆਫ EM ਵੇਵ। ਮੋਸਟ ਇੰਪੋਰਟੈਂਟ ਸਪੈਕਟਰਮ ਆਫ EM ਵੇਵ, ਇਸ ਦੇ ਵਿੱਚ ਇੱਕ ਕੁਐਸਚਨ ਪੱਕਾ ਹੀ ਆਉਂਦਾ ਹੁੰਦਾ। ਤਾਂ ਇਸ ਸਪੈਕਟਰਮ ਦੇ ਵਿੱਚ ਕੁਛ ਆਪਾਂ ਡਿਵਾਈਡੇਸ਼ਨ ਕੀਤੀ ਹੋਈ ਹੈ ਵੇਵਸ ਦੀ। ਤਾਂ ਦੇਖੋ ਸਭ ਤੋਂ ਪਹਿਲਾਂ ਮਾਈਕ੍ਰੋਵੇਵਸ ਲਿਖਿਆ ਹੋਇਆ, ਇਨਫਰਾਰੈੱਡ ਲਿਖਿਆ ਹੋਇਆ, ਵਿਜ਼ੀਬਲ, ਅਲਟਰਾ ਵਾਇਲਟ, ਐਕਸ ਰੇਜ਼, ਗਾਮਾ ਰੇਜ਼ ਤੇ ਕਾਸਮਿਕ ਰੇਜ਼। ਤਾਂ ਦੇਖੋ ਕਾਸਮਿਕ ਰੇਜ਼ ਬਿਲਕੁਲ ਐਂਡ ਵਿੱਚ ਨੇ, ਤੁਹਾਨੂੰ ਯਾਦ ਰਹਿ ਜਾਊਗਾ, ਠੀਕ ਹੈ ਨਾ। ਬਟ ਇਹ ਪਹਿਲੇ ਵਾਲੇ ਤੁਹਾਨੂੰ ਬਹੁਤ ਘੱਟ ਯਾਦ ਰਹਿਣਗੇ। ਇਸ ਦੇ ਲਈ ਜੇ ਤੁਸੀਂ ਧਿਆਨ ਨਾਲ ਪੜ੍ਹੋਗੇ ਤਾਂ ਇਸ ਦੇ ਲਈ ਆਪਾਂ ਨੇ ਇੱਕ ਸ਼ਾਰਟਕਟ ਯੂਜ਼ ਕੀਤਾ ਹੋਇਆ ਵੀ ਮੋਮ ਆਈ ਲਵ ਯੂ ਐਕਸ ਗਰਲਫ੍ਰੈਂਡ, ਹੈ ਨਾ। ਤਾਂ M ਤੋਂ ਮੋਮ ਆ ਗਿਆ, ਆਈ ਲਵ ਯੂ, ਠੀਕ ਹੈ ਨਾ। ਤਾਂ ਇਸ ਤਰੀਕੇ ਨਾਲ ਤੁਸੀਂ ਆਪਣਾ ਇੱਕ ਟ੍ਰਿਕ ਯਾਦ ਕਰ ਸਕਦੇ ਹੋ, ਤਾਂ ਜਿਹੜਾ ਕਿ ਬਹੁਤ ਹੀ ਈਜ਼ੀ ਹੈਗਾ ਟ੍ਰਿਕ। ਤਾਂ ਇਸ ਦੇ ਨਾਲ ਤੁਹਾਨੂੰ ਪਤਾ ਚੱਲ ਜੂਗਾ ਇਹ ਨਾ, ਕਿਉਂਕਿ ਆਹ ਤਿੰਨਾਂ ਦਾ ਬੜਾ ਕਨਫਿਊਜ਼ਨ ਰਹਿੰਦਾ ਵੀ ਵਿਜ਼ੀਬਲ ਰੇਜ਼ ਵਿੱਚ ਆਉਂਦੀਆਂ ਨੇ, ਇਨਫਰਾਰੈੱਡ ਪਹਿਲਾਂ ਆਉਂਦੀਆਂ ਨੇ ਤੇ ਅਲਟਰਾ ਵਾਇਲਟ ਬਾਅਦ ਵਿੱਚ ਆਉਂਦੀਆਂ ਨੇ, ਠੀਕ ਹੈ।
ਤੇ ਉਸ ਤੋਂ ਬਾਅਦ ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਫ੍ਰੀਕੁਐਂਸੀ ਨਾ ਮਾਈਕ੍ਰੋਵੇਵਸ ਤੋਂ ਜੇ ਤੁਸੀਂ ਕਾਸਮਿਕ ਰੇਜ਼ ਵੱਲ ਜਾਂਦੇ ਹੋ ਤਾਂ ਫ੍ਰੀਕੁਐਂਸੀ ਇੰਕਰੀਜ਼ ਹੋ ਰਹੀ ਹੈ। ਫ੍ਰੀਕੁਐਂਸੀ ਇੰਕਰੀਜ਼ ਹੁੰਦੇ ਮਤਲਬ ਤੁਸੀਂ ਕਹਿ ਸਕਦੇ ਹੋ ਕਾਸਮਿਕ ਰੇਜ਼ ਦੀ ਫ੍ਰੀਕੁਐਂਸੀ ਸਭ ਤੋਂ ਵੱਧ ਹੁੰਦੀ ਹੈ ਇਹਨਾਂ ਗਿਵਨ ਰੇਜ਼ ਦੇ ਵਿੱਚੋਂ। ਹੁਣ ਇਹੀ ਕੁਐਸਚਨ ਬਣ ਕੇ ਆਉਂਦਾ ਵੀ ਵਿਚ ਆਫ ਦੀ ਫੋਲੋਇੰਗ ਹੈਜ਼ ਮੈਕਸਿਮਮ ਫ੍ਰੀਕੁਐਂਸੀ। ਆਪਸ਼ਨ 'ਚ ਪਹਿਲੇ 4 ਆਪਸ਼ਨ ਦੇ ਦੂਗਾ ਤੁਹਾਨੂੰ, ਮਾਈਕ੍ਰੋਵੇਵਸ ਦੇ ਦੂਗਾ, ਇਨਫਰਾਰੈਡ, ਵਿਜ਼ੀਬਲ ਦੇ ਦੂਗਾ ਤੇ ਅਲਟਰਾਵਾਇਲਟ ਦੇ ਦੂਗਾ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਵੀ ਕਿਹੜਾ ਸੀਗਾ। ਹੁਣ ਤੁਹਾਨੂੰ ਜੇ ਯਾਦ ਰਹੂਗਾ ਵੀ ਹੈ ਨਾ ਇੱਕ ਟ੍ਰਿਕ ਯਾਦ ਰਹੂਗੀ ਆਪਣੀ, ਤਾਂ ਇਸ ਦੇ ਨਾਲ ਤੁਸੀਂ ਬਹੁਤ ਈਜ਼ੀਲੀ ਰਿਮੈਂਬਰ ਕਰ ਸਕਦੇ ਹੋ ਵੀ ਆਈ ਪਹਿਲਾਂ ਆਉਂਦਾ, ਵੀ ਉਸ ਤੋਂ ਬਾਅਦ ਐਲ ਆਉਂਦਾ, ਫਿਰ ਉਸ ਤੋਂ ਬਾਅਦ ਯੂ ਬਾਅਦ ਵਿੱਚ ਆਉਂਦਾ, ਤਾਂ ਮਤਲਬ ਯੂ ਦੀ ਫ੍ਰੀਕੁਐਂਸੀ ਜ਼ਿਆਦਾ ਹੈਗੀ ਹੈ। ਤੇ ਜਿਹਦੇ ਜੇ ਫ੍ਰੀਕੁਐਂਸੀ ਇੰਕਰੀਜ਼ ਹੁੰਦੀ ਹੈ ਬੇਟਾ ਵੇਵਲੈਂਥ ਜਿਹੜੀ ਹੁੰਦੀ ਹੈ ਡਿਕਰੀਜ਼ ਹੁੰਦੀ ਹੈ ਹਮੇਸ਼ਾ। ਤਾਂ ਵੇਵਲੈਂਥ ਡਿਕਰੀਜ਼ ਹੁੰਦੀ ਹੈ ਤਾਂ ਤੁਸੀਂ ਇਹ ਵੀ ਕਰ ਸਕਦੇ ਹੋ ਵੀ ਆਪਣਾ ਜੇ ਇਨਫਰਾਰੈਡ, ਵਿਜ਼ੀਬਲ, ਅਲਟਰਾਵਾਇਲਟ ਦੀ ਗੱਲ ਕਰੀਏ ਫ੍ਰੀਕੁਐਂਸੀ ਅਲਟਰਾਵਾਇਲਟ ਦੀ ਜ਼ਿਆਦਾ ਹੈ ਬਾਕੀਆਂ ਨਾਲ, ਤੇ ਵੇਵਲੈਂਥ ਇਹਨਾਂ ਤਿੰਨਾਂ ਨਾਲੋਂ ਘੱਟ ਹੈਗੀ ਹੈ। ਤਾਂ ਵੇਵਲੈਂਥ ਡਿਕਰੀਜ਼ ਹੁੰਦੀ ਹੈ, ਕਾਸਮਿਕ ਰੇਜ਼ ਦੀ ਫ੍ਰੀਕੁਐਂਸੀ ਜ਼ਿਆਦਾ, ਵੇਵਲੈਂਥ ਘੱਟ ਹੁੰਦੀ ਹੈ। ਬਹੁਤ ਫੇਮਸ ਕੁਐਸਚਨ ਨੇ, ਇਹਨਾਂ ਦੇ ਬੇਸ ਤੇ ਆਪਾਂ MCQ ਕਰਾਂਗੇ। MCQ ਦੀ ਸੀਰੀਜ਼ ਮੈਂ ਲੈ ਕੇ ਆਊਂਗਾ ਇਸ ਚੈਪਟਰ ਦੀ, ਡੋਂਟ ਵਰੀ। ਹਰ ਚੈਪਟਰ ਥਿਊਰੀ ਪਲੱਸ MCQ ਦੇ ਨਾਲ ਹੀ ਸੋਲਵ ਹੋਊਗਾ, ਠੀਕ ਹੈ। ਨੈਕਸਟ ਹੁਣ ਇਹਨਾਂ ਰੇਜ਼ ਬਾਰੇ ਕੁਝ ਸਟਾਰ ਪੁਆਇੰਟਸ ਹੈਗੇ ਨੇ ਬਹੁਤ ਇੰਪੋਰਟੈਂਟ। ਗਾਮਾ ਰੇਜ਼ ਵਾ ਡਿਸਕਵਰਡ ਬਾਈ, ਕੁਐਸਚਨ ਬਹੁਤ ਵਾਰੀ ਆਇਆ ਹੋਇਆ। ਗਾਮਾ ਰੇਜ਼ ਡਿਸਕਵਰ ਕੀਤਾ ਸੀ ਹੈਨਰੀ ਬੈਕਰਲ ਨਾਂ ਦੇ ਪਰਸਨ ਨੇ 1896 ਦੇ ਵਿੱਚ। ਹੈਨਰੀ ਬੈਕਰਲ ਨਾਂ ਦਾ ਪਰਸਨ ਸੀਗਾ, ਤੁਸੀਂ ਕਦੇ ਨਾਮ ਸੁਣਿਆ ਹੋਊਗਾ ਪਹਿਲਾਂ। ਜੇ ਤੁਸੀਂ ਡਿਸਕਵਰੀ ਐਂਡ ਇਨਵੈਂਸ਼ਨ ਵਾਲਾ ਚੈਪਟਰ ਮੇਰੇ ਤੋਂ ਕੀਤਾ ਹੋਇਆ, ਮੈਂ ਆਪਣੇ YouTube ਚੈਨਲ ਦੇ ਉੱਤੇ ਪਿਆ, ਤੁਸੀਂ ਦੇਖ ਸਕਦੇ ਹੋ। ਤਾਂ ਉਸ ਦੇ ਵਿੱਚ ਆਪਾਂ ਨੇ ਲਿਖਿਆ ਸੀ ਹੈਨਰੀ ਬੈਕਰਲ ਨਾਂ ਦਾ, ਹੈ ਨਾ। ਤਾਂ ਗਾਮਾ ਰੇਜ਼ ਇਨਵੈਂਟ ਕੀਤੀਆਂ ਸੀਗੀਆਂ ਹੈਨਰੀ ਬੈਕਰਲ ਨੇ 1896 ਦੇ ਵਿੱਚ। ਤਾਂ ਬਹੁਤ ਵਾਰੀ ਇਹ ਵੀ ਨਾ ਕਿ ਕੈਂਸਰ ਦੇ ਡਿਜ਼ੀਜ਼ ਦੇ ਲਈ ਮੇਨਲੀ ਗਾਮਾ ਰੇਜ਼ ਦਾ ਯੂਜ਼ ਹੁੰਦਾ। ਗਾਮਾ ਰੇਜ਼ ਮੇਨਲੀ ਯੂਜ਼ਡ ਇਨ ਦੀ ਟ੍ਰੀਟਮੈਂਟ ਆਫ ਕੈਂਸਰ ਡਿਜ਼ੀਜ਼। ਤਾਂ ਬਹੁਤ ਵਾਰੀ ਕੁਐਸਚਨ ਆ ਚੁੱਕਾ ਵੀ ਕੈਂਸਰ ਡਿਜ਼ੀਜ਼ ਦੇ ਲਈ ਇਹਨਾਂ 'ਚ ਕਿਹੜੀ ਰੇਜ਼ ਦਾ ਯੂਜ਼ ਕਰਦੇ ਆਪਾਂ, ਗਾਮਾ ਰੇਜ਼ ਦਾ ਯੂਜ਼ ਕਰਦੇ ਹੈਗੇ ਆ। ਉਸ ਦਾ ਐਕਸ-ਰੇਜ਼ ਵਰ ਡਿਸਕਵਰਡ ਬਾਏ, ਇਹ ਵੀ ਕੁਐਸਚਨ ਆਪਾਂ ਨੇ ਇਨਵੈਂਸ਼ਨ ਦੇ ਡਿਸਕਵਰੀ ਕੀਤਾ ਸੀਗਾ। ਐਕਸ-ਰੇਜ਼ ਡਿਸਕਵਰ ਕੀਤਾ ਸੀ ਵਿਲਹਮ ਰੌਂਟੇਜਨ ਨੇ। ਤਾਂ ਰੌਂਟੇਜਨ ਨਾਂ ਦਾ ਪਰਸਨ ਸੀਗਾ ਜਿਹਨੇ ਐਕਸ-ਰੇਜ਼ ਨੂੰ ਇਨਵੈਂਟ ਕੀਤਾ ਸੀਗਾ 1895 ਦੇ ਵਿੱਚ। ਡਿਸਕਵਰ ਕੀਤੇ ਸੀਗੇ ਐਕਸ-ਰੇਜ਼ ਨੂੰ। ਬਹੁਤ ਵਾਰੀ ਕੁਐਸਚਨ ਵੇਵਲੈਂਥ ਆਫ ਐਕਸ-ਰੇਜ਼ ਆਇਆ ਹੋਇਆ। ਤਾਂ ਵੇਵਲੈਂਥ ਆਫ ਐਕਸ-ਰੇਜ਼ ਕੀ ਹੈਗਾ 1 ਐਂਗਸਟ੍ਰੋਮ। 1 ਐਂਗਸਟ੍ਰੋਮ, ਕਈ ਐਂਗਸਟ੍ਰੋਮ ਦਾ ਸਿੰਬਲ ਇਹ ਵਾਲਾ ਹੁੰਦਾ, ਇਹ ਦੇ ਉੱਪਰ ਨਾ ਇੱਕ ਟਿੱਪੀ ਜਿਹੀ ਹੁੰਦਾ, ਐਂਗਸਟ੍ਰੋਮ ਬੋਲਦੇ ਨੇ ਇਸ ਨੂੰ ਆਪਾਂ। ਤਾਂ ਇਸ ਦੀ ਵੈਲਿਊ 10 ਰੇਜ਼ ਟੂ ਪਾਵਰ -10 ਮੀਟਰ ਹੁੰਦੀ ਹੈ। ਤਾਂ ਨੀਅਰ ਅਬਾਊਟ ਇਹਦੇ ਨੇੜੇ ਤੇੜੇ ਵੈਲਿਊ ਹੁੰਦੀ ਹੈ ਐਕਸ-ਰੇਜ਼ ਦੀ ਵੇਵਲੈਂਥ 1 ਐਂਗਸਟ੍ਰੋਮ ਦੇ ਨੀਅਰ ਅਬਾਊਟ ਹੁੰਦੀ ਹੈ। ਤਾਂ ਤੁਸੀਂ ਟਿਕ ਲਗਾ ਸਕਦੇ ਹੋ, ਓਕੇ। ਤਾਂ ਇਹ ਸਾਰੇ ਹੀ ਬਹੁਤ ਫੇਮਸ ਕੁਐਸਚਨ ਨੇ, ਪ੍ਰੀਵੀਅਸ ਈਅਰ ਐਗਜ਼ਾਮ 'ਚ ਆਏ ਹੋਏ ਨੇ। ਵਿਜ਼ੀਬਲ ਲਾਈਟ ਵਰ ਫਸਟ ਸਟੱਡੀਡ ਬਾਏ, ਤਾਂ ਜਿਹੜੀ ਵਿਜ਼ੀਬਲ ਲਾਈਟ ਆਪਾਂ ਕਹਿੰਦੇ ਵਿਜ਼ੀਬਲ ਲਾਈਟ ਦਾ ਸਪੈਕਟਰਮ ਆਪਾਂ ਨੇ ਕੀਤਾ, ਇਹਦੀ ਵੇਵਲੈਂਥ ਬੜੀ ਇੰਪੋਰਟੈਂਟ ਹੈਗੀ ਹੈ। ਤਾਂ ਨਿਊਟਨ ਨਾਂ ਦੇ ਪਰਸਨ ਨੇ ਸਭ ਤੋਂ ਪਹਿਲਾਂ ਡਿਸਕਵਰ ਕੀਤੀਆਂ ਸੀਗਾ 1666 ਦੇ ਵਿੱਚ। ਸਭ ਤੋਂ ਪਹਿਲਾਂ ਵਿਜ਼ੀਬਲ ਲਾਈਟ ਨੂੰ ਸਟੱਡੀ ਨਿਊਟਨ ਨੇ ਕੀਤਾ ਸੀਗਾ। ਤੇ ਵੇਵਲੈਂਥ ਦੀ ਗੱਲ ਕਰੀਏ, ਵਿਜ਼ੀਬਲ ਲਾਈਟ ਦੀ ਵੇਵਲੈਂਥ ਹੁੰਦੀ ਹੈ 4000 ਐਂਗਸਟ੍ਰੋਮ ਤੋਂ ਲੈ ਕੇ 8000 ਐਂਗਸਟ੍ਰੋਮ ਤੱਕ। ਤਾਂ ਜਾਂ ਤਾਂ ਇਹ ਪਿਆ ਹੋਊਗਾ ਆਪਸ਼ਨ ਜਾਂ 400 ਨੈਨੋਮੀਟਰ ਤੋਂ ਲੈ ਕੇ 800 ਨੈਨੋਮੀਟਰ, ਦੋਹੇ ਵੈਲਿਊ ਸੇਮ ਨੇ, ਸਿਰਫ ਔਰ ਸਿਰਫ ਯੂਨਿਟਾਂ ਦਾ ਫਰਕ ਹੈ। ਐਂਗਸਟ੍ਰੋਮ 4000 ਐਂਗਸਟ੍ਰੋਮ, ਜੋ ਨੈਨੋਮੀਟਰ 'ਚ ਕਹਿ ਰਿਹਾ ਤਾਂ 400 ਨੈਨੋਮੀਟਰ ਤੋਂ ਲੈ ਕੇ 800 ਨੈਨੋਮੀਟਰ ਤੱਕ ਗੱਲ ਹੋ ਰਹੀ ਹੈ ਬੇਟਾ। ਤਾਂ ਹਰ ਇੱਕ ਕੁਐਸਚਨ ਦੀ ਆਪਣੀ ਆਪਣੀ ਫੀਲਿੰਗ ਹੈ। ਤਾਂ ਹਰ ਕੁਐਸਚਨ ਨੂੰ ਧਿਆਨ ਨਾਲ ਸਮਝਦੇ ਰਹੋ, ਨੋਟਸ ਬਣਾਉਂਦੇ ਰਹੋ ਆਪਣੇ। ਤੇ ਜੇਕਰ ਕੋਈ ਡਾਊਟ ਹੈਗਾ ਕਮੈਂਟ ਸੈਕਸ਼ਨ ਵਿੱਚ ਆ ਕੇ ਤੁਸੀਂ ਕਮੈਂਟ ਕਰ ਸਕਦੇ ਹੋ ਐਵਰੀਵਨ, ਓਕੇ। ਤਾਂ ਨੈਕਸਟ ਦੇਖੋ, ਇਨਫਰਾਰੈਡ ਵੇਵਸ ਵਰ ਡਿਸਕਵਰਡ ਬਾਏ, ਹਰਸ਼ਲ ਨਾਂ ਦੇ ਪਰਸਨ ਸੀਗਾ ਜਿਹਨੇ ਇਨਫਰਾਰੈਡ ਵੇਵਸ ਨੂੰ ਡਿਸਕਵਰ ਕੀਤਾ ਸੀਗਾ, ਠੀਕ ਹੈ। ਤਾਂ ਆਪਾਂ ਨੇ ਪਹਿਲਾਂ ਵੀ ਲਾਈਟ ਵੇਵਸ ਕੁਐਸਚਨ ਕੀਤਾ ਸੀਗਾ। ਇਨਫਰਾਰੈਡ ਵੇਵਸ ਆਰ ਯੂਜ਼ਡ ਇਨ ਗ੍ਰੀਨ ਹਾਊਸਿਸ ਟੂ ਕੀਪ ਦੀ ਪਲਾਂਟਸ ਵਾਰਮ। ਤਾਂ ਜਿਹੜੇ ਨਾ ਤੁਸੀਂ ਕਈ ਵਾਰ ਦੇਖਿਆ ਹੋਗਾ ਪਲਾਂਟਸ ਦੇ ਵਿੱਚ ਆਪਣੇ ਨਾ ਕਵਰ ਜੇ ਕੀਤੇ ਹੁੰਦੇ ਨੇ ਕੁਝ ਪਲਾਂਟਸ ਨੂੰ, ਤਾਂ ਉਹਨਾਂ 'ਚ ਗ੍ਰੀਨ ਹਾਊਸ ਇਫੈਕਟ ਦਾ ਯੂਜ਼ ਕੀਤਾ ਜਾਂਦਾ ਹੁੰਦਾ। ਤਾਂ ਉਹਨਾਂ 'ਚ ਇਨਫਰਾਰੈਡ ਵੇਵਸ ਦਾ ਹੀ ਇਸਤੇਮਾਲ ਹੁੰਦਾ ਹੈ ਵੀ ਤਾਂ ਜੋ ਪਲਾਂਟਸ ਨੇ ਉਹਨਾਂ ਨੂੰ ਗਰਮੀ ਜ਼ਿਆਦਾ ਮਿਲ ਸਕੇ, ਠੀਕ ਹੈ। ਨੈਕਸਟ, ਇਨਫਰਾਰੈਡ ਵੇਵਸ ਆਰ ਆਲਸੋ ਯੂਜ਼ਡ ਫॉर ਲੁਕਿੰਗ ਥਰੂ ਫੌਗ ਔਰ ਹੇਜ਼। ਆਪਾਂ ਨੇ ਕੁਐਸਚਨ ਲਾਈਟ ਚੈਪਟਰ 'ਚ ਕੀਤਾ ਸੀਗਾ MCQ ਦੇ ਵਿੱਚ ਵੀ ਜੇ ਫੌਗ ਦੇ ਥਰੂ ਆਪਾਂ ਨੇ, ਸਮੋਕ ਦੇ ਥਰੂ ਆਪਾਂ ਨੇ ਦੇਖਣਾ ਹੋਵੇ ਤਾਂ ਆਪਾਂ ਕਿਸ ਰੇਡੀਏਸ਼ਨ ਦੇ ਥਰੂ ਦੇਖਾਂਗੇ, ਇਨਫਰਾਰੈਡ ਵੇਵਸ ਦੇ ਥਰੂ ਹੀ ਆਪਾਂ ਦੇਖ ਸਕਦੇ ਹਾਂ, ਠੀਕ ਹੈ। ਨੈਕਸਟ ਪੁਆਇੰਟ ਹੈਗਾ ਮਾਈਕ੍ਰੋਵੇਵਸ ਵਰ ਡਿਸਕਵਰਡ ਬਾਏ, ਬੜਾ ਫੇਮਸ ਵੇਵਸ ਨੇ ਮਾਈਕ੍ਰੋਵੇਵਸ, ਇੱਕ ਹਰਟਜ਼ ਨਾਂ ਦੇ ਪਰਸਨ ਨੇ ਡਿਸਕਵਰ ਕੀਤੀਆਂ ਸੀਗੀਆਂ। ਮਾਈਕ੍ਰੋਵੇਵਸ ਮੇਨਲੀ ਯੂਜ਼ ਕਰਦੇ ਆਪਾਂ ਰਡਾਰ ਸਿਸਟਮ ਦੇ ਵਿੱਚ। ਇਹ ਵੀ ਕੁਐਸਚਨ ਐਗਜ਼ਾਮ 'ਚ ਆ ਚੁੱਕਾ ਵੀ ਰਡਾਰ ਦੇ ਵਿੱਚ ਤੁਸੀਂ ਕਿਹੜੀਆਂ ਵੇਵਸ ਦਾ ਯੂਜ਼ ਕਰਦੇ ਹੋ, ਤਾਂ ਮਾਈਕ੍ਰੋਵੇਵਸ ਦਾ ਇਸਤੇਮਾਲ ਕਰਦੇ ਹੋ ਰਡਾਰ ਸੈਕਸ਼ਨ ਦੇ ਵਿੱਚ ਤੁਸੀਂ। ਤਾਂ ਰਡਾਰ ਦੀ ਡੈਫੀਨੇਸ਼ਨ ਹੁਣ ਤੱਕ ਐਗਜ਼ਾਮ 'ਚ ਆ ਜਾਂਦੀ ਹੈ, ਰੇਡੀਓ ਡਿਟੈਕਸ਼ਨ
ਐਂਡ ਰੇਂਜਿੰਗ ਰਡਾਰ ਦੀ ਕੀ ਹੈ ਇੱਕ ਆਪਣੀ ਡੈਫੀਨੇਸ਼ਨ ਹੈ, ਬਹੁਤ ਵਾਰੀ ਐਗਜ਼ਾਮ 'ਚ ਆ ਚੁੱਕੀ ਹੈ। ਉਸਦਾ ਰੇਡੀਓ ਵੇਵਸ ਵਰ ਡਿਸਕਵਰਡ ਬਾਏ, ਬਹੁਤ ਫੇਮਸ ਕੁਐਸਚਨ ਹੈ ਵੀ ਰੇਡੀਓ ਵੇਵਸ ਕਿਹਨੇ ਡਿਸਕਵਰ ਕੀਤੀਆਂ ਸੀਗਾ, ਮਾਰਕੋਨੀ ਨੇ। ਇਨ 1895 ਚ ਮਾਰਕੋਨੀ ਨਾਂ ਦੇ ਪਰਸਨ ਨੇ ਰੇਡੀਓ ਵੇਵਸ ਨੂੰ ਡਿਸਕਵਰ ਕੀਤਾ ਸੀਗਾ। ਠੀਕ ਹੈ, ਤਾਂ ਇਸ ਦੇ ਨਾਲ ਬੇਟਾ ਆਪਣਾ ਫਸਟ ਪਾਰਟ ਕੰਪਲੀਟ ਹੋ ਗਿਆ ਥਿਊਰੀ ਦਾ, ਸਾਊਂਡ ਦਾ। ਤਾਂ ਨੈਕਸਟ ਪਾਰਟ 'ਚ ਹੋਪ ਕਰਦਾ ਵੀ ਸਾਊਂਡ ਚੈਪਟਰ ਆਪਣਾ ਕੰਪਲੀਟ ਹੋ ਜਾਏਗਾ, ਤਾਂ 2 ਪਾਰਟਸ ਦੇ ਵਿੱਚ ਸਾਊਂਡ ਚੈਪਟਰ ਆਪਣਾ ਕੰਪਲੀਟ ਹੋ ਜਾਊਗਾ ਥਿਊਰੀ। ਉਸ ਤੋਂ ਬਾਅਦ ਆਪਣੇ 200 ਪਲੱਸ MCQ ਆਉਣਗੇ ਆਪਣੇ ਸਾਊਂਡ ਚੈਪਟਰ ਦੇ। ਤਾਂ ਜੇਕਰ ਤੁਹਾਨੂੰ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਵੀਡੀਓ ਨੂੰ ਆਪਣੇ ਫਰੈਂਡਸ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਬੇਟਾ। ਤੇ ਜੇਕਰ ਵੀਡੀਓ ਪਸੰਦ ਆਏ ਤਾਂ ਲਾਈਕ ਜ਼ਰੂਰ ਕਰੋ ਵੀਡੀਓ ਨੂੰ, ਤੇ ਕਮੈਂਟ ਸੈਕਸ਼ਨ 'ਚ ਕਮੈਂਟ ਵੀ ਐਡ ਕਰ ਦਿਆ ਕਰੋ। ਥੈਂਕਸ ਯੂ ਐਵਰੀਵਨ।